फिर कोई राय नहीं है सीधा ਜਿਹੜਾ ਖਾਣਾ ਅੱਛਾ ਮੀਰ ਦੇ ਸਾਹ ਤੂੰ ਹੁਣ ਕਿ ਆਣਾ ਮੈਂ ਤੇਰੇ 4-3 ਘੰਟੇ 4 ਪਹਿਲੇ ਕਿਹਾ ਸੀ ਹਾਂਜੀ ਕਿ ਤੂੰ ਆਹ ਤੂੰ ਬਸ ਤੀਜੇ ਨੰਬਰ ਤੇ ਖਲੋਤਾ ਫਿਰ ਮੈਂ ਇੱਥੇ ਸੁਣ ਲਿਆ ਜਾਮਿਆਂ ਦੇ ਵਿੱਚ ਨਾ ਮੈਂ ਦੱਸਦਾ ਅੱਛਾ ਅੱਲਾਹ ਅਕਬਰ ਦੀ ਆਵਾਜ਼ ਆਈ ਲਗਾ ਦੇਣਾ ਹੋ ਸਕਦਾ ਕਿ ਅੱਲਾਹ ਚਾਹੀਏ ਨਾ चाहिए मोदी भी ਵੱਡੇ ਕੈਪੀਟਲ ਲੈਟਰ ਦੇ ਵਿੱਚ ਕੈਪੀਟਲ ਲੈਟਰ ਤੇ ਇਹ ਗੱਲਾਂ ਜਿਹੜੀਆਂ ਨੇ ਰਿਕਾਰਡ ਵਾਲੀਆਂ ਨਹੀਂ ਮੈਂ ਬੰਦ ਕਰ ਲੈ ਰਿਹਾ ਬਾਕੀ ਮੈਂ ਬੰਦ ਕਰ ਦੇਣਾ ਲੋ ਜੀ ਤੁਸੀਂ ਕੋਈ ਗੱਲ ਕਰ ਰਹੇ ਜੀ ਕਿ ਸੈਰ ਦਾ ਤੁਹਾਨੂੰ ਕੀ ਫਾਇਦਾ ਹੋਇਆ ਤੁਹਾਡੇ ਇੰਨੇ ਆਪਰੇਸ਼ਨ ਹੋਏ ਨੇ ਕਿੰਨੀ ਦਫਾ ਹਾਰਟ ਦਾ ਕੋਈ ਬਾਈਪਾਸ ਤੁਸੀਂ ਸੈਰ ਸ਼ੁਰੂ ਕੀਤੀ ਕੀ ਫਾਇਦਾ ਤੁਸੀਂ ਦੱਸ ਰਹੇ ਕਿ ਤੁਹਾਨੂੰ ਸੈਰ ਦਾ ਇਹ ਫਾਇਦਾ ਹੋਇਆ ਕਿ ਸਭ ਤੋਂ ਪਹਿਲਾਂ ਕਿ ਮੈਂ ਤਹਜਦ ਤੇ ਬਹੁਤ ਨਿਕੰਮਾ ਸੀ ਤਹਜਦ ਸੁਸਤੀ ਸੀ ਠੀਕ ਕਿ ਕਦੀ ਕਦੀ ਜੋ ਜੁਮਾ ਇਜਤਮਾਈ ਤੌਰ ਤੇ ਹੋਈ ਤੇ ਪੜ੍ਹ ਲੈ ਠੀਕ ਲੇਕਿਨ ਖੁਦਾ ਦੇ ਫਜ਼ਲ ਨਾਲ ਜਦੋਂ ਸੈਰ ਸ਼ੁਰੂ ਕੀਤੀ ਹੈ ਹਾਂਜੀ ਉਹ ਤਹਜਦ ਬਕਾਇਦਾ ਮੌਕਾ ਮਿਲ ਜਾਂਦਾ ਅੱਛਾ ਤਾਂ ਅੱਲਾਹ ਕਬੂਲ ਕਰੇ ਯਾਨੀ ਸੈਰ ਦੇ ਫਵਾਇਦ ਦੇ ਵਿੱਚ ਇਹ ਵੀ ਇੱਕ ਸ਼ਾਮਲ ਹੋ ਗਿਆ ਕਿ ਬੰਦਾ ਤਹਜਦ ਦੇ ਵਾਸਤੇ ਵੀ ਜਿਹੜਾ ਸੈਰ ਦੀ ਨੀਅਤ ਨਾਲ ਜਾਣਾ ਤੇ ਫਿਰ ਫਜਰ ਦੀ ਨਮਾਜ਼ ਅੱਛਾ ਬਾਅਦ ਜਮਾਤ ਪੜ੍ਹਨੇ ਦਾ ਮੌਕਾ ਮਿਲ ਗਿਆ ਉਸ ਤੋਂ ਬਾਅਦ 4.5 ਕਿਲੋਮੀਟਰ ਕਰਨਾ ਬਿਲਕੁਲ ਠੀਕ ਆਉਣ ਜਾਣ ਦਾ ਸਫ਼ਰ ਹੁੰਦਾ ਉਹਦੇ ਵਿੱਚ ਮੇਰਾ ਰੂਟੀਨ ਇਸ ਤਰ੍ਹਾਂ ਹੋ ਗਿਆ ਕਿ ਮੈਂ ਪਹਿਲਾਂ ਚੱਲ ਨਹੀਂ ਸਕਦਾ ਸੀ ਸਹੀ ਠੀਕ ਲੇਕਿਨ ਖੁਦਾ ਦੇ ਫਜ਼ਲ ਨਾਲ ਹੁਣ ਕੋਈ ਜਿੰਨਾ ਮਰਜ਼ੀ ਚੱਲੇ ਉਹਦੇ ਨਾਲ ਚੱਲ ਸਕਦਾ ਉਹਦਾ ਤੇ ਮੈਂ ਆਪਣੀ ਜ਼ਾਤੀ ਤੌਰ ਤੇ ਗਵਾਹੀ ਮੇਰਾ ਹੁਣ 20 ਕਿਲੋਮੀਟਰ ਬਣਦਾ ਨਾ ਇੱਥੋਂ ਆਉਣਾ ਜਾਣਾ ਨਾ ਲੇਕਿਨ ਇਹ ਹੈ ਕਿ ਜਿੱਦਾਂ ਕੋਈ ਹੋਏ ਨਾ ਮੌਸਮ ਹੈ ਕਿ ਅੱਜ ਲੱਗ ਰਿਹਾ ਬਾਰਿਸ਼ ਹੋਣੀ ਇਹ ਉਹ ਫਿਰ ਬੰਦਾ ਆਂਦਾ ਚਲੋ ਨਮਾਜ਼ ਪੜ੍ਹ ਲਓ ਘਰ ਹੀ ਬਾਜਮਾਤ ਕਰਾ ਲਓ ਤੇ ਸੈਰ ਦੇ ਜਿਹੜੇ ਚਾਂਸ ਨੇ ਯਾਨੀ ਸੈਰ ਦੇ ਨਾਲ ਇਨਸਾਨ ਨਮਾਜ਼ ਬਾਜਮਾਤ ਜਿਵੇਂ ਤੁਸੀਂ ਦੱਸਿਆ ਤਹਜਦ ਔਰ ਬਾਕੀ ਫਿਰ ਜਿਹੜੀ ਤੁਹਾਡੀ ਸਿਹਤ ਵਾਸਤੇ ਰੂਟੀਨ ਬੜੀ ਕਮਾਲ ਦੀ ਚੀਜ਼ ਹੈ ਜਦੋਂ ਸੈਰ ਕਰਕੇ ਘਰ ਜਾਈਦਾ ਹਾਂਜੀ ਔਰ ਫਿਰ ਬੇਗਮ ਬਿਹਤਰੀਨ ਨਾਸ਼ਤਾ ਦਿੰਦੀ ਹੈ ਇਹ ਵੀ ਇੱਕ ਫਾਇਦਾ ਹੈ ਸੈਰ ਦੇ ਕਿ ਸੈਰ ਦੇ ਬਾਅਦ ਉਹਨੂੰ ਇਹ ਹੁੰਦਾ ਕਿ ਬੰਦਾ ਸੈਰ ਕਰਕੇ ਠੀਕ ਹੈ ਨਾਸ਼ਤਾ ਮਿਲਦਾ ਬਿਲਕੁਲ ਸੈਰ ਦੇ ਫਾਇਦੇ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਆਪਣੇ ਆਪਣੇ ਨੁਕਾਤ ਇਸ ਵਾਸਤੇ ਕਰਦੀ ਹੈ ਕਿ ਕਿਤੇ ਸਮਾਰਟ ਹੋ ਕੇ ਮੈਨੂੰ ਸੁਣਾ ਨਾ ਹੋ ਜਾਏ ਬਹੁਤ ਇਸ ਵਾਸਤੇ ਹੋ ਕੇ ਦੁਬਾਰਾ ਠੀਕ ਕਰਨ ਵਾਸਤੇ ਮੈਂ ਆਪਣੇ ਬੇਗਮ ਨੂੰ ਚੈਲੰਜ ਕੀਤਾ ਹੈ ਮੈਂ ਕਿ ਮੈਂ ਜਦੋਂ ਚਾਹਾਂ ਆਪਣਾ ਬਾਲ ਸ਼ਾਲ ਕਾਲੇ ਕਰਕੇ ਪੈਂਟ ਕੋਟ ਪਾ ਲਵਾਂ ਮੈਂ ਫਿਰ ਛੋਟਾ ਲੱਗਾ ਛੋਟਾ ਹਾਂ ਸਾਹਿਬ ਸੈਰ ਦੇ ਉੱਤੇ ਹਰ ਬੰਦਾ ਆਪਣਾ ਕੋਈ ਨੁਕਤਾ ਦੱਸ ਰਿਹਾ ਕਿ ਮੈਂ ਹੁਣ ਤੱਕ ਕੀ ਫਾਇਦਾ ਉਠਾਇਆ ਇਸ ਸੈਰ ਦੀ ਵਜ੍ਹਾ ਤੋਂ ਤੇ ਮੀਤੁਦੀਨ ਸਾਹਿਬ ਨੇ 2-3 ਨੁਕਤੇ ਦੱਸੇ ਨੇ ਬੜੇ ਜ਼ਬਰਦਸਤ ਪੂਰੇ ਹੋ ਗਏ ਨੇ ਤੁਸੀਂ ਵੀ ਕੋਈ ਦੱਸੋ ਆਪਣਾ ਕੋਈ ਇਸ ਸੈਰ ਨੇ ਤੁਹਾਨੂੰ ਹੁਣ ਤੱਕ ਕੀ ਫਾਇਦਾ ਦਿੱਤਾ ਕਿੰਨੇ ਸਾਲ ਤੋਂ ਤੁਸੀਂ ਆ ਰਹੇ ਜੇ ਕੋਈ ਐਸਾ ਜ਼ਿਹਨ ਚ ਆਉਂਦਾ ਕਿ ਇਹਦਾ ਮੈਨੂੰ ਇਹ ਮੈਂ ਦੇਖਿਆ ਕਿ ਜਿਹੜਾ ਫਾਇਦਾ ਹੋਇਆ ਨਾ ਹਾਂਜੀ ਉਹ ਇਹ ਕਿ ਸੁਬਹ ਦੀ ਨਮਾਜ਼ ਤੇ ਸੀ ਆ ਰਹੇ ਫਜਰ ਦੀ ਨਮਾਜ਼ ਬਾਜਮਾਤ ਠੀਕ ਹੈ ਅਸਲ ਜਿਹੜਾ ਮਕਸਦ ਹੈ ਹਾਂਜੀ ਉਹ ਇਹੀ ਹੈ ਹਾਂਜੀ ਬਾਕੀ ਇਹ ਸਾਨਵੀ ਚੀਜ਼ਾਂ ਦੇ ਨਾਲ ਨਹੀਂ ਉਹਨਾਂ ਨੇ ਨਾਲ ਤਹਜਦ ਵੀ ਐਡ ਕੀਤੀ ਉਹਨਾਂ ਕਿਹਾ ਸੀ ਜਿਹੜੀ ਤਹਜਦ ਦੀ ਵੀ ਮੈਨੂੰ ਆਦਤ ਜਿਹੜੀ ਹੈ ਨਾ ਇਹਦੇ ਨਾਲ ਸ਼ੁਰੂ ਹੋ ਗਈ ਕਿ ਮੈਂ ਆਉਣਾ ਹੀ ਹੁੰਦਾ ਤੇ ਆ ਵੇਖੋ ਹੁਣ ਅੱਜ ਵੀ ਜਿਹੜੀ ਸਵੇਰ ਔਰ ਆਮ ਵੀ ਰੂਟੀਨ ਚ ਹਟ ਕੇ ਲੇਕਿਨ ਮੇਰਾ ਵੈਸੇ ਸ਼ੁਰੂ ਤੋਂ ਤਹਜਦ ਹੈ ਅੱਛਾ ਠੀਕ ਹੈ ਨਹੀਂ ਹਰ ਇਨਸਾਨ ਦਾ ਆਪਣਾ ਸਭ ਤੋਂ ਦੂਸਰੀ ਜਿਹੜੀ ਚੀਜ਼ ਉਹ ਇਹ ਹਾਂਜੀ ਕਿ ਜਿਹੜੀ ਨਾਲ ਸੈਰ ਤੁਸੀਂ ਸੁਬਹ ਕਰਦੇ ਹੋ ਨਾ ਹਾਂਜੀ ਇਹਦਾ ਯਕੀਨ ਕਰੋ ਤੁਹਾਡੀ 50% ਜਿਹੜਾ ਨਾ ਤੁਹਾਡੀ ਸਿਹਤ ਬਰਕਰਾਰ ਰਹਿੰਦੀ ਠੀਕ ਬਾਕੀ 50% ਖਾਣ ਪੀਣ ਦਾ ਪਰਹੇਜ਼ ਕਰਨਾ ਠੀਕ ਹੈ ਹਾਂਜੀ ਇਸ ਉਮਰ ਦੇ ਵਿੱਚ ਨਾ ਹਾਂਜੀ ਸਹੀ ਤੇ ਨਾ ਤਾਂ ਫਿਰ ਹਫਤੇ ਦੇ ਬਾਅਦ ਹੁੰਦਾ ਨਾ ਕੋਈ ਗੱਲ ਨਹੀਂ ਹਫਤੇ ਬਾਅਦ ਥੋੜਾ ਬਹੁਤਾ ਦੇਸੀ ਟੱਚ ਦੇ ਦੇਣ ਚ ਕੋਈ ਹਰਜ ਨਹੀਂ ਹੈ ਕਿਉਂਕਿ ਹੈ ਤੇ ਅਸੀਂ ਸਾਰੇ ਦੇਸੀ ਹਾਂ ਤੇ ਦੂਸਰਾ ਤੀਸਰੀ ਜਿਹੜੀ ਚੀਜ਼ ਹੈ ਉਹ ਇਹ ਵੇ ਕਿ ਮੁਆਖਾਤ ਅੱਛਾ ਮਤਲਬ ਇਹ ਕਿ ਅਸੀਂ ਆਪਸ ਵਿੱਚ ਮਿਲਨੇ ਆ ਠੀਕ ਰਸਤੇ ਦੇ ਵਿੱਚ ਅਸੀਂ ਜਨਾਬ ਆਪਸ ਦੇ ਵਿੱਚ ਬਾਜ਼ ਐਸੇ ਸਵਾਲ ਹੁੰਦੇ ਨੇ ਜ਼ਿਹਨਾਂ ਦੇ ਵਿੱਚ ਜਿਹੜੇ ਇਮਾਮ ਸਾਹਿਬ ਨੂੰ ਕੀਤੇ ਜਾਂਦੇ ਨੇ ਠੀਕ ਉਹਦੀ ਤਸੀਹ ਹੁੰਦੀ ਹੈ ਸਹੀ ਹੈ ਉਹਦੇ ਬਾਰੇ ਦੇ ਵਿੱਚ ਮਾਲੂਮਾਤ ਜਿਹੜੀ ਹੈ ਨਾ ਉਹਦੇ 'ਚ ਇਜ਼ਾਫਾ ਹੁੰਦਾ
ਗੁੱਡ। ਇਹ ਫਾਇਦੇ ਨੇ ਉਹਦੇ ਨਾ। ਤੇ ਬਾਕੀ ਇਹ ਹੈ ਕਿ ਉਸ ਵੇਲੇ ਤੇ ਅਮਲ ਕਰ ਰਹੇ ਹਾਂ ਅਸੀਂ। ਇਹਦੇ ਇਲਾਵਾ ਇੱਕ ਜਿਹੜਾ ਬਹੁਤ ਵੱਡਾ ਫਾਇਦਾ ਉਹ ਤੁਸੀਂ ਕਿਸੇ ਨੇ ਵੀ ਨਹੀਂ ਜ਼ਿਕਰ ਕੀਤਾ, ਤੁਸੀਂ ਕਰੋਗੇ ਉਹ ਫੇਫੜਿਆਂ ਦੀ ਜਿਹੜੀ ਲਾਖ ਥੈਰੇਪੀ ਹੁੰਦੀ ਹੈ ਨਾ, ਉਹ ਵੀ ਬਹੁਤ ਵੱਡਾ ਫਾਇਦਾ ਜੇ। ਫਿਰ ਹੱਸ ਕੇ ਜਿਹੜੇ ਤੁਸੀਂ ਸਵੇਰ ਦੇ ਟਾਈਮ ਇਹ ਆਂਦੇ ਨੇ ਸਿਹਤ ਵਾਸਤੇ ਇੰਨਾ ਅੱਛਾ ਹੈ ਜਿਹੜਾ ਹੱਸਣਾ ਹੈ ਕਿ ਉਹ ਆਟੋਮੈਟਿਕਲੀ ਹੋ ਜਾਂਦਾ ਨਾ। ਲੇਕਿਨ ਹਰ ਵਕਤ ਨਹੀਂ, ਉਹ ਤਕਰੀਬਨ ਡੇਲੀ ਵਾਕ ਸਾਡਾ ਤਕਲੀਫ ਹੀ ਹੁੰਦੀ ਅਸੀਂ ਗੱਲ ਕਰ ਲੈਂਦੇ ਤੁਸੀਂ। ਇਹਦੇ ਆਉਂਦੇ ਨੇ ਮੋਮਨਾਂ ਦੀਆਂ ਚੂਹੀਆਂ ਜਦੋਂ ਲੜਦੀਆਂ ਨਾ ਆਪਸ 'ਚ, ਤੇ ਉਹ ਫਿਰ ਤੇਜ਼ ਹੁੰਦੀਆਂ ਨੇ ਚੂਹੀਆਂ, ਤੇ ਇਹ ਇੱਥੇ ਚੂਹੀਆਂ ਵੀ ਤੇਜ਼ ਹੁੰਦੀਆਂ ਨੇ ਸਵੇਰ ਦੇ ਟਾਈਮ ਨਾ, ਕਿ ਨਹੀਂ? ਹਰ ਵਾਦਾ ਉਸੇ ਵਕਤ ਦਾ 100 ਮਸਾਜਦ ਦੇ ਜਿਹੜੇ ਵਾਅਦੇ ਵੀ ਹੋਏ ਤੇ ਨਾਲ ਅਦਾਇਗੀ ਵੀ ਹੋਈ। ਇਹ ਵੀ ਸੈਰ ਦੇ ਫਵਾਇਦ ਤੇ ਵੀ। ਅੱਛਾ, ਮਾਸ਼ਾਅੱਲਾ, ਜ਼ਬਰਦਸਤ, ਮਾਸ਼ਾਅੱਲਾ। ਇਹੀ ਬਚੇ ਤਰ੍ਹਾਂ ਦੀ ਹਾਂਜੀ, ਕਿ 1000 ਰੁਪਏ ਉਸੇ ਵਕਤ ਬੰਦੇ ਨਾਲ ਫੁੱਟ ਅਸੀਂ ਸ਼ਹਿਰ ਦੇ ਬਾਹਰ ਪੇਮੈਂਟ ਕਰਤੀ। ਸ਼ਹਿਰ ਦੇ ਬਾਹਰ ਫੈਸਲ ਰੁਪਏ ਚ ਵਿਕਾਰੇ ਹੁੰਦੇ ਨੇ। ਇਹ ਫਾਇਦਾ ਰਹਿ ਗਿਆ ਜੀ। ਅੱਛਾ, ਉਹ ਤੇ ਸਪੌਂਟਾਨ ਜਿਹੜੀ ਸੈਰ ਦਾ ਗਰੁੱਪ ਹੈ ਜਨਾਬ, ਇਹ ਕਰ ਲੈ 2 ਘੰਟੇ 3 ਘੰਟੇ ਜਿੰਨਾ ਵੀ ਟ੍ਰੈਫਿਕ ਤੋਂ ਨਿਕਲੇ ਉਹਨਾਂ ਨੇ ਕਣਕ ਉਗਾ ਕੇ ਨਾ ਤੇ ਉਹ ਕਾਫੀ ਫਸਲ ਹੋਈ ਸੀ ਤਿਆਰ ਨਾ, ਛੋਟੀ ਜਿਹੀ ਕਿ ਵੱਡੀ ਨਹੀਂ ਹੋਈ। ਤੇ ਉੱਥੇ ਉਹ ਬੰਦੇ ਨੇ ਨਾ ਸਾਰੀਆਂ ਆਪਣੀਆਂ ਭੇਡਾਂ ਬੱਕਰੀਆਂ ਔਰ ਹਰੀਆਂ ਤੇ ਛੜੀਆਂ ਆਈਆਂ। ਸਟਾਫ ਦਾ ਅਗਰ ਹੈ ਸਾਰੇ ਘਰ ਨੇ ਫਿਰ ਜਿਹੜੇ ਫਿਰ ਢਾਕ ਵੀ ਆ ਗਈ।